ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ। ਅਹਨਿਸ ਮਗਨ ਰਹੈ ਮਾਇਆ ਮੈਂ। ਕਹੋ ਕੈਸੇ ਗੁਣ ਗਾਵੈ। ਰਹਾਉ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ ਭਗਤ ਵਸਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋ ਰਹੀ ਹੈ, ਜੋ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠਣ ਦਾ ਇਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੋ ਤਿੰਨਾਂ ਦੇ 400 ਸਾਲੇ ਪਾਵਨ ਪਵਿੱਤਰ ਅਵਤਾਰ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਸਰਬੱਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪੋ ਆਪਣੇ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਇਤਿਹਾਸ ਨਾਲ ਗੁਰਬਾਣੀ ਨਾਲ ਜੁੜ ਰਹੀਆਂ ਹਨ। ਸੋ ਇਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਆਰਾ ਪ੍ਰਗਟ ਕੀਤੇ ਹੋਏ ਇਸ ਪਾਵਨ ਪਵਿੱਤਰ ਅਸਥਾਨ ਉੱਪਰ ਪਿਛਲੇ ਸਮੇਂ ਤੋਂ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਗੌੜੀ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਉਚਾਰਨ ਕੀਤੀ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਗਟ ਹੋਏ ਹਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਪਰ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਸੰਗਤਾਂ ਦੇ ਤਾਈਂ ਬਖਸ਼ਿਸ਼ ਕਰਨਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ ਕਿ ਕਿਸੇ ਤਰ੍ਹਾਂ ਦੇ ਨਾਲ ਇਹ ਪ੍ਰਾਣੀ ਜਿਹੜਾ ਹੈ, ਇਹ ਜਿਹੜਾ ਮਨੁੱਖ ਹੈ, ਕਿਸੇ ਤਰ੍ਹਾਂ ਦੇ ਨਾਲ ਸੰਸਾਰ ਦੇ ਵਿੱਚੋਂ ਤਰ ਜਾਵੇ। ਸੰਸਾਰ ਵਿੱਚੋਂ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਤੌਰ ਦੇ ਉੱਪਰ ਭਾਈ ਮੱਖਣ ਸ਼ਾਹ ਲੁਬਾਣੇ ਦੇ ਬੇੜੇ ਨੂੰ ਬੰਨੇ ਲਾਇਆ ਹੈ, ਇਸੇ ਤਰ੍ਹਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੀ ਮਨੁੱਖਤਾ ਦੇ ਇਸ ਬੇੜੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਰ ਲਾਉਣਾ ਚਾਹੁੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਵਾਰ-ਵਾਰ ਇਹ ਸਮਝਾਉਂਦੇ ਹਨ, ਉਪਦੇਸ਼ ਦਿੰਦੇ ਹਨ ਕਿ ਕਿਵੇਂ ਤਰਿਆ ਜਾ ਸਕਦਾ ਹੈ, ਕਿਹੜੀਆਂ ਕਿਹੜੀਆਂ ਗੱਲਾਂ ਨੂੰ ਛੱਡਣਾ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਤੂੰ ਪ੍ਰਾਣੀ ਅਪਣਾਉਣਾ ਹੈ ਕਿ ਤਾਂ ਕਰਕੇ ਇਹ ਤੇਰਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਿਛਲੇ ਸ਼ਬਦ ਦੇ ਵਿੱਚ ਆਪਾਂ ਦਰਸ਼ਨ ਕੀਤੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਇਹ ਸੰਸਾਰ ਜੋ ਹੈ ਇਹ ਝੂਠਾ ਹੈ। ਇਹਨਾਂ ਕਾਮ ਕ੍ਰੋਧ ਮੋਹ ਹੰਕਾਰ ਦੇ ਵਿੱਚ ਪੈ ਕਰਕੇ ਤੂੰ ਪਰਮੇਸ਼ਰ ਨੂੰ ਵਿਸਾਰ ਕਰਕੇ ਦੁਖੀ ਹੋ ਰਿਹਾ ਹੈ। ਸੋ ਉਸੇ ਹੀ ਟੌਪਿਕ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਗੇ ਤੋਰਦੇ ਹੋਏ ਸਾਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਿਉਂਕਿ ਸਾਧ ਸੰਗਤ ਜੀ ਇੱਕ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਹੈ, ਉਹਦੇ ਤਾਈਂ ਪਹੁੰਚਿਆ ਕਿਵੇਂ ਜਾਣਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸਟਰਕਚਰ ਦਾ ਬਿਆਨ ਕਰਦੇ ਹਨ ਕਿ ਉਸ ਪਰਮੇਸ਼ਰ ਵਿੱਚ ਪਹੁੰਚਣ ਦੇ ਵਿੱਚ ਪੜਦੇ ਕਿਵੇਂ ਹਨ, ਕਿਵੇਂ ਕਿਵੇਂ ਕੀ ਕੀ ਰਸਤੇ ਦੇ ਵਿੱਚ ਹੈ, ਕਿਵੇਂ ਕਿਵੇਂ ਇਹ ਰਚਨਾ ਹੋਈ ਹੈ।
ਸਤਿਗੁਰੂ ਦੀ ਕਿਰਪਾ ਕਰਦੇ ਹਨ। ਆਸਾ ਜੀ ਦੀ ਵਾਰ ਦੇ ਵਿੱਚ ਆਪਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਚਨ ਪੜ੍ਹਦੇ ਹਾਂ। ਆਪੀ ਨ ਆਪ ਸਾਜਿਓ, ਆਪੀ ਨ ਰਚਿਓ ਨਾਓ, ਦੋਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਫਿਰ ਕਹਿੰਦੇ ਹਨ ਦਾਤਾ ਕਰਤਾ ਆਪ ਤੂੰ, ਦਾਤਾ ਵੀ ਆਪ ਕਰਤਾ ਵੀ ਆਪ ਹੈ। ਭਾਵ ਕਿ ਆਪੀ ਨ ਆਪ ਸਾਜਿਓ, ਆਪੀ ਨ ਰਚਿਓ ਨਾਓ। ਪਹਿਲਾਂ ਪਰਮੇਸ਼ਰ ਵਾਹਿਗੁਰੂ ਨੂੰ ਸਹਿ ਭੰਗ ਪ੍ਰਕਾਸ਼, ਭਾਵ ਕਿ ਸੁੱਤੇ ਪ੍ਰਕਾਸ਼ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋ ਕਰਕੇ ਆਪਣੇ ਆਪ ਨੂੰ ਪ੍ਰਗਟ ਕਰਨਾ ਕੀਤਾ ਹੈ। ਆਪੀ ਨ ਆਪ ਸਾਜਿਓ, ਆਪੀ ਨ ਰਚਿਓ ਨਾਓ। ਫਿਰ ਨਾਮ ਦੀ ਰਚਨਾ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਵਾਹਿਗੁਰੂ ਜੀ ਨੇ ਨਾਮ ਨੂੰ ਪ੍ਰਗਟ ਕਰਨਾ ਕੀਤਾ। ਦੋਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਤੇ ਫਿਰ ਅੱਗੇ ਸਾਧ ਸੰਗਤ ਇਹ ਕੁਦਰਤ ਜਿਸ ਨੂੰ ਅਸੀਂ ਮਾਇਆ ਕਹਿੰਦੇ ਹਾਂ, ਇਹ ਬਣਾ ਦਿੱਤੀ ਹੈ। ਸੋ ਜੇ ਅਸੀਂ ਹੁਣ ਪਰਮੇਸ਼ਰ ਤੱਕ ਪਹੁੰਚਣਾ ਹੈ ਤਾਂ ਪਹਿਲਾਂ ਮਾਇਆ ਨੂੰ ਉਲੰਘ ਕੇ ਜਾਣਾ ਪਏਗਾ। ਇਹਦੇ ਸਟੈਪ ਤੋਂ ਅੱਗੇ ਲੰਘਣਾ ਪਏਗਾ। ਫਿਰ ਨਾਮ ਤੱਕ ਸਾਡੀ ਸੁਰਤੀ ਪਹੁੰਚੇਗੀ। ਫਿਰ ਨਾਮ ਤੋਂ ਅੱਗੇ ਪਰਮੇਸ਼ਰ ਵਾਹਿਗੁਰੂ ਤੱਕ ਪਹੁੰਚੇਗੀ, ਕਿਉਂਕਿ ਨਾਮ ਤੇ ਨਾਮੀ ਇੱਕੋ ਹੀ ਚੀਜ਼ ਹੋਇਆ ਕਰਦੇ। ਸੋ ਇਹ ਮਾਇਆ ਜਿਹੜੀ ਹੈ, ਜਿੰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨ ਆਪਾਂ ਪੜ੍ਹਦੇ ਹਾਂ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕਉ, ਜਨ ਕਹਾਂ ਕਰੇ ਵਿਚਾਰੇ। ਕਿ ਇਹ ਜਿਹੜੀ ਮਾਇਆ ਹੈ, ਇਹਨੇ ਤੇਰੇ ਵਾਹਿਗੁਰੂ ਚਰਨ ਵਿਸਾਰ ਦਿੱਤੇ ਹਨ ਸਾਨੂੰ। ਐਸੀ ਸਾਡੇ ਉੱਤੇ ਇਹਨੇ ਐਸਾ ਪ੍ਰਭਾਵ ਪਾਇਆ ਹੋਇਆ ਹੈ ਕਿ ਇਸ ਤੇਰੇ ਜਿਹੜੇ ਚਰਨ ਹਨ, ਜਿਹੜੇ ਤਾਰਨਹਾਰੇ ਹਨ, ਉਹ ਇਹਨੇ ਵਿਸਾਰ ਦਿੱਤੇ ਹਨ। ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਕਿੰਚਿਤ ਭਾਵ ਕਿ ਬਿਲਕੁਲ ਥੋੜਾ ਰਤੀ ਮਾਤਰ ਵੀ ਇਹਦੇ ਮਨ ਦੇ ਵਿੱਚ ਪਰਮੇਸ਼ਰ ਦੀ ਪ੍ਰਤੀਤ ਨਹੀਂ ਪੈਦਾ ਹੁੰਦੀ, ਇਹ ਪੈਦਾ ਨਹੀਂ ਹੋਣ ਦਿੰਦੀ। ਤੇ ਜਿਹੜੇ ਜਨ ਹਨ, ਜਿਹੜੇ ਤਰਨਾ ਚਾਹੁੰਦੇ ਆ, ਜਿਹੜੇ ਚਰਨਾਂ ਨਾਲ ਜੁੜਨਾ ਚਾਹੁੰਦੇ, ਉਹ ਕੀ ਕਰਨ? ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਮਾਇਆ ਨਾਮ ਗਰਭ ਜੋਨ ਕਾ, ਤੇਹ ਤਜ ਦਰਸ਼ਨ ਪਾਉ। ਕਹਿੰਦੇ ਜਿਹੜੀ ਮਾਇਆ ਹੈ, ਇਹ ਗਰਭ ਜੋਨ ਦਾ ਨਾਮ ਹੈ। ਜੇ ਇਹਨੂੰ ਛੱਡਿਆ ਜਾਏਗਾ ਤਾਂ ਫਿਰ ਦਰਸ਼ਨ ਪ੍ਰਾਪਤ ਹੋਣਗੇ, ਫਿਰ ਉਸ ਪਰਮੇਸ਼ਰ ਵਾਹਿਗੁਰੂ ਤੱਕ ਪਹੁੰਚਿਆ ਜਾਏਗਾ। ਵੱਖਰੇ ਵੱਖਰੇ ਧਰਮਾਂ ਨੇ ਆਪੋ ਆਪਣੇ ਤਰੀਕੇ ਦੇ ਅਨੁਸਾਰ ਪਰਮੇਸ਼ਰ ਤੋਂ ਵਿਛੜਨ ਦੇ ਡਿਫਾਈਨ ਕੀਤਾ ਹੈ ਕਿ ਕਿਉਂ ਵਿਛੜੇ ਹਾਂ। ਮੁਸਲਮਾਨ ਧਰਮ ਨੂੰ ਪੜ੍ਹੀਏ, ਈਸਾਈ ਮਤ ਹੈ, ਉਹ ਕਹਿੰਦੇ ਸ਼ੈਤਾਨ ਹੈ। ਬਾਬਾ ਫਰੀਦ ਸਾਹਿਬ ਜੀ ਵੀ ਕਹਿੰਦੇ ਹਨ, ਜੋ ਸ਼ੈਤਾਨ ਵਜਾਇਆ ਸੇ ਕਿਉਂ ਫੇਰਹਿ ਚਿੱਤ। ਕਹਿੰਦੇ ਜਿਨ੍ਹਾਂ ਨੂੰ ਸ਼ੈਤਾਨ ਨੇ ਭੁਲਾ ਦਿੱਤਾ ਹੈ, ਆਪਣਾ ਪ੍ਰਭਾਵ ਪਾ ਲਿਆ, ਉਹਨਾਂ ਦਾ ਚਿੱਤ ਫਿਰਦਾ ਨਹੀਂ, ਉਹ ਇੱਧਰਲੇ ਬੰਨੇ ਆਉਂਦੇ ਹੀ ਨਹੀਂ, ਉਹਨਾਂ ਨੂੰ ਸਮਝ ਹੀ ਨਹੀਂ ਲੱਗਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਕਿਰਪਾ ਕਰਦੇ ਹਨ ਕਿ ਭਾਈ ਇਸ ਮਾਇਆ ਨੂੰ ਕਿਵੇਂ ਤੁਰਿਆ ਜਾਏ। ਇਹਦੇ ਵਾਸਤੇ ਪਹਿਲਾਂ ਜਿਹੜੀ ਚੀਜ਼ ਨੂੰ ਆਪਾਂ ਕੋਈ ਉਹਦਾ ਸਲਿਊਸ਼ਨ ਲੱਭਣਾ ਹੋਵੇ, ਉਹਦੇ ਵਾਸਤੇ ਪਹਿਲਾਂ ਖੋਜ ਕੀਤੀ ਜਾਂਦੀ ਹੈ ਵੀ ਉਹ ਚੀਜ਼ ਹੈ ਕੀ ਹੈ। ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਕਰੋਨਾ ਦੀ ਮਹਾਮਾਰੀ ਹੈ, ਇਹਦੇ ਪਹਿਲਾਂ ਵੇਖਦੇ ਨੇ ਕਿ ਇਹ ਪੈਦਾ ਕਿਵੇਂ ਹੁੰਦਾ, ਵੱਧਦਾ ਕਿਵੇਂ ਹੈ, ਇਹਦੇ ਲੱਛਣ ਕੀ ਨੇ, ਕਿਵੇਂ ਇਹਦਾ ਸਾਰਾ ਕੋਈ ਪਤਾ ਨਹੀਂ ਲੱਗਦਾ। ਸੋ ਇਸੇ ਤਰ੍ਹਾਂ ਦੇ ਨਾਲ ਇਹ ਮਾਇਆ ਜਿਹੜੀ ਹੈ, ਇਹ ਹੈ ਕੀ ਚੀਜ਼ ਹੈ। ਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਭਾਈ ਮਾਇਆ ਕਿਹਨੂੰ ਕਹਿੰਦੇ ਹੈ। ਵੀ ਇਕੱਲੀ ਆ ਪੈਸਿਆਂ ਨੂੰ ਨਾ ਮਾਇਆ ਆਪਾਂ ਸਮਝੀ ਜਾਈਏ। ਸਤਿਗੁਰੂ ਜੀ ਕਹਿੰਦੇ ਇਹ ਮਾਇਆ ਕੀ ਹੈ? ਮਾਇਆ ਇਹ ਮਾਇਆ ਜਿਤ ਹਰ ਵਿਸਰੈ, ਜਿਸ ਤੋਂ ਹਰੀ ਪਰਮੇਸ਼ਰ ਵਾਹਿਗੁਰੂ ਵਿਸਰ ਜਾਂਦਾ ਹੈ, ਮੋਹ ਉਪਜੈ, ਇਹਦੇ ਨਾਲ ਅਟੈਚਮੈਂਟ ਹੋ ਜਾਂਦੀ ਹੈ। ਭਾਵ ਦੂਜਾ ਲਾਇਆ, ਭਾਵ ਕਿ ਇੱਕ ਜਿਹੜਾ ਭਾਵ ਹੈ, ਜਿਹੜਾ ਇੱਕ
ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਨ ਦਾ ਜਿਹੜਾ ਭਾਵ ਸੀ, ਜਿਹੜੀ ਭਾਵਨਾ ਸੀ, ਭਾਵ ਦੂਜਾ ਲਾਇਆ, ਦੂਸਰੇ ਭਾਵ ਦੇ ਵਿੱਚ ਲੈ ਗਈ। ਭਾਵ ਕਿ ਉਸ ਪਰਮੇਸ਼ਰ ਨਾਲੋਂ ਵਿਛੋੜ ਦਿੱਤਾ, ਦੂਸਰੇ ਭਾਵ ਦੇ ਵਿੱਚ ਸੰਸਾਰ ਦੇ ਵਿੱਚ ਲਾ ਦਿੱਤਾ। ਇਹ ਮਾਇਆ ਜਿਤ ਹਰ ਵਿਸਰੈ ਮੋਹ ਪੁਜੈ ਭਾਵ ਦੂਜਾ ਲਾਇਆ। ਤੇ ਫਿਰ ਕਹਿੰਦੇ ਨੇ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਇਹ ਸਲਿਊਸ਼ਨ ਵੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਜਿਨ੍ਹਾਂ ਦੀ ਲਿਵ ਲੱਗ ਗਈ ਉਹ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਉਹਨਾਂ ਨੇ ਇਹ ਪ੍ਰਾਪਤ ਕਰ ਲਿਆ। ਹੁਣ ਦੂਸਰੇ ਧਰਮਾਂ ਦੇ ਵਿੱਚ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਾਰਗ ਦੇ ਵਿੱਚ ਫਰਕ ਕੀ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਤੇ ਲੱਗੇ ਰਹਿੰਦੇ ਆ ਕਿ ਸ਼ਾਇਦ ਇਹਨਾਂ ਨੂੰ ਖਤਮ ਕਰ ਦਈਏ ਤੇ ਸ਼ਾਇਦ ਆਪਣਾ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕੇ। ਇਹਦੇ ਵਾਸਤੇ ਉਹਨਾਂ ਨੇ ਫਿਰ ਯਤਨ ਕੀਤੇ ਹਨ ਵੱਖਰੇ ਵੱਖਰੇ ਤਰੀਕੇ ਦੇ ਨਾਲ, ਕਿਉਂਕਿ ਇਹ ਮਾਇਆ ਜਿਹੜੀ ਹੈ ਇਹ 3 ਗੁਣਾਂ ਦੇ ਵਿੱਚ ਅੱਗੇ ਡਿਵਾਈਡ ਹੋ ਜਾਂਦੀ ਹੈ, ਜਿਹਨੂੰ ਕਹਿੰਦੇ ਰਜ ਗੁਣ, ਤਮ ਗੁਣ, ਸਤ ਗੁਣ ਕਹੀਐ। ਇਹ ਤੇਰੀ ਸਭ ਮਾਇਆ। ਇਹ 3 ਗੁਣਾਂ ਦੇ ਵਿੱਚ ਅੱਗੇ ਫਰਦਰ ਡਿਵਾਈਡ ਹੋ ਜਾਂਦੀ। ਇਹਦੇ ਫਿਰ ਵੱਖਰੇ ਵੱਖਰੇ ਉਹਦੇ ਵਿੱਚ ਗੁਣ ਨੇ। ਤਮ ਗੁਣ ਜਿਹੜਾ ਹੈ ਤਾਮਸੀ ਗੁਣ, ਜਿਹਦੇ ਵਿੱਚ ਸਾਰੇ ਲੜਾਈਆਂ ਝਗੜੇ ਮਾੜੀਆਂ ਚੀਜ਼ਾਂ ਖਾਣੀਆਂ, ਇਹ ਫਿਰ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਆ ਜਾਂਦੀ ਹੈ। ਜਿਹੜਾ ਖਾਣਾ ਉਹ ਵੀ 3 ਗੁਣਾਂ ਦੇ ਵਿੱਚ ਆ ਜਾਂਦਾ ਹੈ, ਰਾਜਸੀ ਖਾਣਾ, ਤਾਮਸੀ ਖਾਣਾ, ਸਾਤਵੀ ਖਾਣਾ। ਬੋਲਣਾ ਵੀ ਇਸੇ ਤਰ੍ਹਾਂ ਆ ਗਿਆ। ਇਹਦੀ ਅੱਗੇ ਅੱਗੇ ਬਹੁਤ ਜ਼ਿਆਦਾ ਵਿਚਾਰ ਲੰਬੀ ਚੌੜੀ ਹੋ ਜਾਂਦੀ। ਸੋ ਮੋਟਾ ਜਿਹਾ ਇਹੋ ਹੀ ਹੈ ਕਿ ਜਿਹੜੀ ਚੀਜ਼ ਨਾਸਵੰਤ ਹੈ, ਜਿਹੜੀ ਚੀਜ਼ ਸਾਨੂੰ ਪਰਮੇਸ਼ਰ ਵਾਹਿਗੁਰੂ ਤੋਂ ਵਿਛੋੜਦੀ ਹੈ, ਉਹਦਾ ਨਾਮ ਮਾਇਆ ਹੈ। ਵਿਦਵਾਨਾਂ ਨੇ ਅੱਗੇ ਇਹਨੂੰ 3 ਭਾਗਾਂ ਦੇ ਵਿੱਚ ਡਿਵਾਈਡ ਕੀਤਾ ਕਿ ਮਾਇਆ ਇੱਕ ਤਾਂ ਜੜ ਮਾਇਆ ਹੈ, ਇੱਕ ਚੇਤਨ ਮਾਇਆ ਹੈ, ਤੇ ਇੱਕ ਅਹੰ ਭਾਵ ਜਿਹੜਾ ਇਹ ਵੀ ਸਾਡੀ ਮਾਇਆ ਹੈ। ਜੜ ਮਾਇਆ ਜਿਹੜੀ ਹੈ ਉਹ ਸਾਰਾ ਸਾਡਾ ਜਿਹੜਾ ਪੈਸਾ ਟਕਾ ਹੈ, ਕੋਈ ਕੋਠੀਆਂ ਨੇ, ਕੋਈ ਸਾਡੇ ਪਲਾਟ ਨੇ, ਕੋਈ ਸਾਡੀ ਧਨ ਦੌਲਤ ਸਾਰੀ ਜਿਹੜੀ ਇਹਦੇ ਵਿੱਚ ਆ ਜਾਂਦੀ ਹੈ। ਸੋ ਚੇਤਨ ਮਾਇਆ ਦੇ ਵਿੱਚ ਧੀਆਂ ਪੁੱਤਰ ਆ ਗਏ, ਸਾਡੇ ਜਿੰਨੇ ਵੀ ਜਿਹੜੇ ਚੇਤਨ ਜੀਵ ਹਨ ਉਹ ਆ ਗਏ ਇਹਦੇ ਵਿੱਚ। ਇਸਤਰੀ ਆ ਗਈ, ਪੁੱਤਰ ਧੀਆਂ ਆ ਗਏ, ਹੋਰ ਸਾਰੇ ਇਹਦੇ ਵਿੱਚ ਆ ਗਏ। ਤੇ ਤੀਸਰਾ ਆ ਜਾਂਦਾ ਅਹੰ ਭਾਵ ਜਿਹੜਾ ਹੈ, ਇਹ ਵੀ ਬਹੁਤ ਮਾਇਆ ਤਗੜੀ ਹੈ, ਜਿਹਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਪਹਿਲੇ ਸ਼ਬਦ ਦੇ ਵਿੱਚ ਹੀ ਕਹਿ ਦਿੱਤਾ ਸੀ, ਸਾਧੋ ਮਨ ਕਾ ਮਾਨ ਤਿਆਗੋ। ਸੋ ਇਹ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹੈ ਕਿ ਭਾਈ ਇਹ ਮਾਇਆ ਨੂੰ ਪਾਰ ਲੰਘ ਕਰਕੇ ਪਰਮੇਸ਼ਰ ਤਾਈਂ ਕਿਵੇਂ ਪਹੁੰਚਣਾ ਹੈ, ਉਹਦੇ ਵਾਸਤੇ ਕੀ ਕੀ ਛੱਡਣ ਦੀ ਤੁਹਾਨੂੰ ਲੋੜ ਹੈ, ਕੀ ਕੀ ਕਰਨ ਦੀ ਲੋੜ ਹੈ, ਕਿਹੜੇ ਕਿਹੜੇ ਯਤਨਾਂ ਨਾਲ ਵਾਹਿਗੁਰੂ ਤੱਕ ਪਹੁੰਚਿਆ ਜਾ ਸਕਦਾ ਹੈ, ਕਿਵੇਂ ਇਸ ਦੁੱਖ ਤੋਂ ਜਿਹੜਾ ਜਨਮ ਮਰਨ ਦਾ ਦੁੱਖ ਹੈ, ਕਾਲ ਸਦਾ ਸਿਰ ਉੱਪਰ ਉਬੋ ਜਨਮ ਜਨਮ ਵੈਰ ਆਈ, ਜਿਹੜਾ ਜਨਮਾਂ ਜਨਮਾਂ ਦਾ ਸਾਡਾ ਵੈਰੀ ਹੈ, ਕਾਲ ਮੌਤ, ਜੰਮਦਾ ਹੈ ਮਨੁੱਖ, ਫਿਰ ਮਰਦਾ ਹੈ, ਫਿਰ ਜੰਮਦਾ ਹੈ, ਫਿਰ ਮਰਦਾ ਹੈ, ਬਹੁਤ ਲੰਮੇ ਪੈਂਡਿਆਂ ਦੇ ਵਿੱਚ ਪੈ ਜਾਂਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰਦੇ ਹਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੌੜੀ ਮਹੱਲਾ 9ਵੇਂ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਗੱਜ ਕੇ ਆਪਾਂ ਆਖੇ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਗੌੜੀ ਮਹੱਲਾ 9।
ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ। ਕਹਿੰਦੇ ਪ੍ਰਾਣਾ ਧਾਰੀ ਜੀਵ ਜਿਹੜਾ ਹੈ ਇਹਨੂੰ ਹਰੀ ਦਾ ਜਸ, ਪਰਮੇਸ਼ਰ ਵਾਹਿਗੁਰੂ ਜੀ ਦੀ ਉਸਤਤ ਮਨ ਨਹੀਂ ਆਵੈ। ਮਨ ਦੇ ਵਿੱਚ ਨਹੀਂ ਆਉਂਦੀ, ਬਾਹਰੋਂ ਬਾਹਰ ਗਾਈ ਜਾਂਦਾ ਹੈ। ਮਨ ਦੇ ਵਿੱਚ ਨਹੀਂ ਆਉਂਦੀ, ਮੰਨਣ ਦੇ ਵਿੱਚ ਨਹੀਂ ਆਉਂਦੀ, ਮਨੌਤ ਦੇ ਵਿੱਚ ਨਹੀਂ ਆਉਂਦੀ। ਇੱਕ ਤੇ ਹੁੰਦਾ ਮਨ ਜਾਣਾ, ਮਨ ਜਾਂਦਾ ਹੈ, ਐਗਰੀ ਕਰ ਜਾਂਦਾ ਉਸ ਤੇ, ਐਗਰੀ ਤਾਂ ਕਰ ਜਾਂਦਾ ਵੀ ਹਾਂ ਸੰਸਾਰ ਝੂਠਾ ਹੈ, ਮਾੜੀਆਂ ਗੱਲਾਂ ਨੇ, ਇਹ ਆਹ ਚੀਜ਼ਾਂ ਛੱਡਣੀਆਂ ਚਾਹੀਦੀਆਂ। ਕਈ ਤਾਂ ਐਸੇ ਮਨੁੱਖ ਨੇ ਉਹ ਐਗਰੀ ਵੀ ਨਹੀਂ ਕਰਦੇ ਇਹਨੂੰ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਭਾਈ ਜੀ ਦੇ ਉੱਤੇ ਕਿਰਪਾ ਹੋ ਜਾਵੇ। ਉਹ ਕਈ ਵਾਰ ਰਸਤੇ ਵਿੱਚ ਚੱਲਣ ਵਾਲਾ ਜਿਹੜਾ ਉਹ ਐਗਰੀ ਤਾਂ ਕਰ ਜਾਂਦਾ ਪਰ ਉਸ ਤੇ ਚੱਲਦਾ ਨਹੀਂ, ਫਿਰ ਉਸ ਤੇ ਦ੍ਰਿੜਤਾ ਨਹੀਂ ਆਉਂਦੀ। ਮਹਾਰਾਜ ਕਿਰਪਾ ਕਰਦੇ ਹਨ, ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ। ਇਹਦੇ ਮਨ ਦੇ ਅੰਦਰ, ਹਿਰਦੇ ਅੰਦਰ ਨਹੀਂ ਇਹਦੇ ਬੈਠਦਾ। ਕਿਉਂ ਨਹੀਂ ਬੈਠਦਾ? ਅਹਨਿਸ ਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੈ। ਕਹਿੰਦੇ ਮਗਨ ਤਾਂ ਮਾਇਆ ਦੇ ਵਿੱਚ ਰਹਿੰਦਾ ਤੇ ਫਿਰ ਗੁਣ ਕਿਸ ਤਰ੍ਹਾਂ ਗਾ ਸਕਦਾ ਹੈ? ਕਿਉਂਕਿ ਜੇ ਦੂਸਰੇ ਭਾਵ ਦੇ ਵਿੱਚ ਰਹਿੰਦਾ, ਮਾਇਆ ਦੇ ਅੰਦਰ ਰਹਿੰਦਾ ਹੈ, ਤੇ ਮਾਇਆ ਦੇ ਵਿੱਚ ਰਹਿਣ ਕਰਕੇ ਇਹਦੀ ਬਿਰਤੀ ਮਾਇਆਵੀ ਹੋ ਗਈ। ਜਿਹੜੀ ਵੀ ਕੋਈ ਗੱਲ ਸੋਚਦਾ ਹੈ, ਕਰਦਾ ਹੈ, ਸਮਝਦਾ ਹੈ, ਉਹ ਮਾਇਆ ਦੇ ਅਨੁਸਾਰ ਹੀ ਕਰਦਾ, ਉਹਦੀ ਕੈਲਕੂਲੇਸ਼ਨ ਕਰਕੇ ਹੀ ਕਰਦਾ ਵੀ ਹਾਂ ਮੈਂ ਆਹ ਗੱਲ ਕਰਨੀ ਹੈ, ਇਹਦੇ ਨਾਲ ਮੇਰੀ ਜੈ ਜੈਕਾਰ ਹੋਏਗੀ, ਮੇਰੇ ਧੀਆਂ ਪੁੱਤਰ ਦਾ ਫਾਇਦਾ ਹੋਏਗਾ ਕੋਈ, ਮੈਨੂੰ ਮਾਇਆ ਜੜ ਮਾਇਆ ਮੇਰੇ ਪਾਸ ਆਏਗੀ, ਮੇਰੀ ਹਉਮੈ ਦੇ ਵਿੱਚ ਵਾਧਾ ਹੋਏਗਾ, ਬੱਲੇ ਬੱਲੇ ਹੋਏਗੀ। ਇਹ ਤਿੰਨੇ ਤਰ੍ਹਾਂ ਦੀ ਜਿਹੜੀ ਜੜ ਚੇਤਨ ਤੇ ਅਹੰ ਭਾਵ ਨੂੰ ਪ੍ਰਚੰਡ ਕਰਨ ਵਾਸਤੇ ਹੀ ਸਾਰੇ ਕੰਮ ਕਰਦਾ। ਇਹਦੇ ਵਿੱਚ ਹੀ ਮਗਨ ਰਹਿੰਦਾ, ਉਹਦੇ ਵਿੱਚ ਹੀ ਮਸਤ ਰਹਿੰਦਾ ਹੈ। ਤੇ ਕਹਿੰਦੇ ਜਦੋਂ ਮਸਤ ਉਹਦੇ ਵਿੱਚ ਹੀ ਰਹਿੰਦਾ, ਉਹ ਫਿਰ ਹਰੀ ਦੇ ਗੁਣ ਕਿਵੇਂ ਗਾ ਸਕਦਾ? ਜੇ ਗਾਵੇ ਵੀ ਤੇ ਫਿਰ ਗਾਏ ਸੁਣੇ ਆਖੇ ਮੀਟੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਏ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਜੇ ਉੱਤੋਂ ਗਾਏ ਵੀ ਗਿਆ ਤੇ ਅੰਦਰੋਂ ਨਾ ਕਮਾਇਆ ਨਾ, ਫਿਰ ਨਹੀਂ ਗੱਲ ਬਣਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਗਨ ਤਾਂ ਮਾਇਆ ਦੇ ਵਿੱਚ ਮਸਤ ਆ, ਮਾਇਆ ਦੇ ਵਿੱਚ, ਮਾਇਆ ਦੇ ਪਦਾਰਥਾਂ ਵਿੱਚ, ਮਾਇਆ ਦੇ ਚਮਤਕਾਰਾਂ ਵਿੱਚ ਮਗਨ ਹੈ। ਤੇ ਫਿਰ ਹਰੀ ਦੇ ਗੁਣ ਕਿਸ ਤਰ੍ਹਾਂ ਗਾ ਸਕੇਗਾ? ਕਿਉਂਕਿ ਮਹਾਰਾਜ ਨੇ ਪਹਿਲਾਂ ਆਪ ਹੀ ਦੱਸਿਆ ਕਿ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ। ਮਨ ਦੇ ਵਿੱਚ ਨਹੀਂ ਇਹ ਗੱਲ ਬੈਠਦੀ। ਕਿਉਂ ਨਹੀਂ ਬੈਠਦੀ? ਕਿਉਂਕਿ ਇਹ ਅਹਨਿਸ ਮਗਨ ਰਹਿ, ਅਹਨਿਸ ਦਿਨ ਰਾਤ ਹੀ ਮਗਨ ਰਹਿੰਦਾ ਮਾਇਆ ਦੇ ਵਿੱਚ, ਉਹਦੇ ਹੀ ਤਰੀਕੇ ਨਾਲ ਸੋਚਦਾ ਹੈ, ਕਿਉਂਕਿ ਬੇਸ ਹੀ ਉਹ ਬਣ ਗਿਆ। ਤੇ ਮਾਇਆ ਜਿਹੜੀ ਆ ਉਹ ਹਿੱਲਣ ਵਾਲੀ ਹੈ, ਬਦਲਣ ਵਾਲੀ ਹੈ, ਉਹਦਾ ਕਰਕੇ ਇਹ ਫਿਰ ਥਿਰ ਨਹੀਂ ਰਹਿੰਦਾ। ਥਿਰ ਨਾ ਰਹਿਣ ਕਰਕੇ ਪਰਮੇਸ਼ਰ ਵਾਹਿਗੁਰੂ ਜਿਹੜਾ ਅਟਲ ਰੂਪ ਹੈ, ਜਿਹੜਾ ਹਿਲਦਾ ਨਹੀਂ ਬਿਲਕੁਲ, ਉਹਦੇ ਨਾਲ ਫਿਰ ਇਹਦੀ ਗੱਲ ਨਹੀਂ ਬਣਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ, ਭਾਈ ਇਹ ਮਾਇਆ ਦੇ ਵਿੱਚ ਮਗਨ ਰਹਿਣ ਕਰਕੇ ਇਹਨੂੰ ਫਿਰ ਪਰਮੇਸ਼ਰ ਵਾਹਿਗੁਰੂ ਯਾਦ ਹੀ ਨਹੀਂ ਆਉਂਦਾ। ਰਹਾਉ ਵਿਸ਼ਰਾਮ ਦੇ ਕਰਕੇ ਰਹਾ, ਉਹ ਭਾਵ ਕਿ ਇੱਕ ਉਹੋ ਹੀ ਵਾਹਿਗੁਰੂ ਹੀ ਰਹਿਣ ਵਾਲਾ, ਬਾਕੀ ਸਾਰੇ ਨਾਸਵਾਨ ਹਨ। ਗੁਣ ਵੀ ਗਾ ਸਕਦਾ ਪਰਮੇਸ਼ਰ ਦੇ। ਪੂਤ ਮੀਤ ਮਾਇਆ ਮਮਤਾ ਸਿਓ, ਇਹ ਬਿਧ ਆਪ ਬੰਧਾਵੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ, ਭਾਈ ਇਹ ਜੋ ਚੇਤਨ ਮਾਇਆ ਦੇ ਵਿੱਚ ਲੱਗ ਕਰਕੇ, ਪੁੱਤਰਾਂ ਦੇ ਵਿੱਚ, ਮੀਤ ਮਿੱਤਰਾਂ ਦੇ ਵਿੱਚ, ਮਾਇਆ ਦੀ ਮਮਤਾ ਦੇ ਵਿੱਚ ਲੱਗ ਕਰਕੇ, ਮਮਤਾ ਸਿਓ ਇਹ ਬਿਧ ਆਪ ਬੰਧਾਵੇ। ਇਸ ਤਰ੍ਹਾਂ ਆਪ ਬਣਾਈ ਜਾਂਦਾ, ਆਪਣੇ ਆਪ ਨੂੰ ਇਹਨੇ ਜਕੜਿਆ ਹੋਇਆ, ਆਪ ਹੀ ਬੰਨ ਲਿਆ ਇਹਨੇ। ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਹਨ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਦਾਂ ਜਗ ਖਾਇਆ, ਜਿਹਨੇ ਬਿਨਾਂ ਦੰਦਾਂ ਤੋਂ ਹੀ ਜੱਗ ਨੂੰ ਖਾ ਲਿਆ।
ये माया जिहड़ी ऐसी है, ये मोहनी है, मोह पा दिंदी है, अटैचमेंट हो जाती है। माया ममता मोहनी जिन विण दंता जग खाया, मानमुख खाधे गुरमुख उभरे, किहड़े गुरमुख उभरे जिन्हें सच नाम चित लाया। जिन्हों ने सच्चे नाम नूं चित लाया तो सतगुरु की कृपा करते हैं भाई ये जिहड़ी चेतन माया है, ਇਹਦੀ ममता ਦੇ ਵਿੱਚ ਪੈ ਕਰਕੇ ਇਹਨੇ ਆਪਣੇ ਆਪ ਨੂੰ ਆਪ ਹੀ ਬੰਨ ਲਿਆ ਹੈ। ਤੇ ਫਿਰ ਕਹਿੰਦਾ ਜੀ ਮੈਨੂੰ ਮੁਕਤੀ ਚਾਹੀਦੀ ਹੈ। ਤੇ ਮੁਕਤੀ ਕਿਸ ਤਰ੍ਹਾਂ ਮਿਲੇਗੀ? ਪਹਿਲਾਂ ਤੇ ਆਪ ਹੀ ਬੰਨਿਆ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ ਕਿਵੇਂ ਕਰਕੇ ਇਹਨੇ ਬੰਨਿਆ ਹੈ, ਕੀ ਕਰਨਾ ਚਾਹੁੰਦਾ ਹੈ। ਤੇ ਹੋਰ ਅੱਗੇ ਸਾਡਾ ਹਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸਦੇ ਹਨ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹੋ ਜਗ, ਦੇਖ ਤਾਸ ਉਠ ਧਾਵੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ। ਸਾਧ ਸੰਗਤ ਜੀ, ਮ੍ਰਿਗ ਤ੍ਰਿਸ਼ਨਾ ਹੁੰਦਾ ਹੈ, ਮ੍ਰਿਗ ਨਾਮ ਹੁੰਦਾ ਹੈ ਹਰਨ ਦਾ। ਹਰਨ ਜਦੋਂ ਰੇਗਿਸਤਾਨ ਦੇ ਵਿੱਚ ਸਾਧ ਸੰਗਤ ਜੀ ਧੁੱਪ ਪੈਂਦੀ ਹੈ ਨਾ ਬਹੁਤ ਸਾਰੀ, ਕਿਉਂਕਿ ਜਿਹੜੀ ਰੇਤ ਹੈ ਇਹਦਾ ਇੱਕ ਸੁਭਾਅ ਹੈ ਕਿ ਇਹ ਬਹੁਤ ਛੇਤੀ ਠੰਡੀ ਹੁੰਦੀ ਤੇ ਬਹੁਤ ਛੇਤੀ ਗਰਮ ਹੁੰਦੀ ਹੈ। ਰਾਤ ਨੂੰ ਬਹੁਤ ਠੰਡੀ ਹੋ ਜਾਂਦੀ ਹੈ, ਦਿਨੇ ਬਹੁਤ ਗਰਮ ਹੋ ਜਾਂਦੀ ਹੈ। ਸੂਰਜ ਦੀਆਂ ਕਿਰਨਾਂ ਪੈਣ ਨਾਲ ਤਪ ਜਾਂਦੀ ਹੈ। ਫਿਰ ਜਦੋਂ ਤਪਦੀ ਹੈ ਹਿਰਨ ਨੂੰ ਪਿਆਸ ਲੱਗਦੀ ਹੈ। ਜਦੋਂ ਪਿਆਸ ਲੱਗਦੀ ਉਹ ਵੇਖਦਾ ਕਿ ਜਦੋਂ ਕਿਰਨਾਂ ਪੈਂਦੀਆਂ ਸੂਰਜ ਦੀਆਂ ਦੂਰ ਉਹਨੂੰ ਐ ਲੱਗਦਾ ਹੈ ਰੇਤ ਦੇ ਉੱਤੇ ਕਿਰਨਾਂ ਪੈਣ ਦੇ ਨਾਲ ਕਿ ਬਹੁਤ ਸਾਰਾ ਪਾਣੀ ਜਿਹੜਾ ਹੈ ਉਹ ਦਿਸਦਾ। ਸਾਨੂੰ ਵੀ ਕਈ ਵਾਰ ਭੁਲੇਖਾ ਇਸ ਤਰ੍ਹਾਂ ਪੈਂਦਾ ਦੂਰੋਂ ਕਿ ਬਹੁਤ ਸਾਰਾ ਪਾਣੀ ਉਹਨੂੰ ਦਿਸਦਾ ਹੈ। ਉਹ ਕਹਿੰਦਾ ਵੀ ਹਾਂ ਇਹ ਤਾਂ ਵਧੀਆ ਹੋ ਗਿਆ, ਪਾਣੀ ਕੋਲ ਪਹੁੰਚ ਜਾਓ। ਭੱਜਦਾ ਭੱਜਦਾ ਦੌੜਦਾ ਦੌੜਦਾ ਪਾਣੀ ਕੋਲ ਪਹੁੰਚਦਾ ਹੈ। ਉੱਥੇ ਕੁਝ ਵੀ ਨਹੀਂ ਹੁੰਦਾ। ਉੱਥੇ ਫਿਰ ਉਸੇ ਤਰ੍ਹਾਂ ਦੇ ਨਾਲ ਉਹ ਰੇਤ ਤਪ ਰਹੀ ਹੈ। ਇੱਕ ਤਾਂ ਪਹਿਲਾਂ ਪਾਣੀ ਨਾਲ ਬੇਹਾਲ ਹੈ, ਪਾਣੀ ਨਹੀਂ ਮਿਲਿਆ। ਦੂਸਰਾ ਹੋਰ ਉੱਥੇ ਜਾ ਕੇ ਭੱਜ ਕੇ ਗਿਆ, ਹੋਰ ਥਕਾਵਟ ਹੋ ਗਈ। ਅੱਗੇ ਨਾਲੋਂ ਵੀ ਬਹੁਤੀ ਭਾਰੀ ਪਿਆਸ ਲੱਗ ਗਈ, ਬਹੁਤੀ ਭਾਰੀ, ਜਿਹਨੂੰ ਆਪਾਂ ਕਹਿ ਦਿੰਦੇ ਅੱਜ ਕੱਲ੍ਹ ਡੀਹਾਈਡਰੇਸ਼ਨ ਹੋ ਗਈ। ਉਹ ਵੇਖਦਾ ਵੀ ਹਾਂ ਨਹੀਂ ਉਹ ਉੱਥੇ ਤਾਂ ਪਾਣੀ ਹੈਗਾ ਹੀ ਹੈ ਨਾ ਅੱਗੇ। ਉਹ ਭੱਜਦਾ ਦੌੜਦਾ ਉੱਥੇ ਪਹੁੰਚਦਾ, ਉੱਥੇ ਵੀ ਕੁਝ ਨਹੀਂ ਹੁੰਦਾ। ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਉਹ ਹਿਰਨ ਜਿਹੜਾ ਹੈ ਉਹ ਅੱਗੇ ਦੀ ਅੱਗੇ ਦੌੜਦਾ ਜਾਂਦਾ, ਪਰ ਕਿਤੇ ਪਾਣੀ ਦੀ ਇੱਕ ਬੂੰਦ ਵੀ ਪ੍ਰਾਪਤ ਨਹੀਂ ਹੁੰਦੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਇਸੇ ਤਰ੍ਹਾਂ ਦੇ ਨਾਲ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹੋ ਜਗ, ਕਹਿੰਦੇ ਜਿਸ ਤਰ੍ਹਾਂ ਦੇ ਨਾਲ ਉਹ ਜਿਹੜੀ ਮ੍ਰਿਗ ਦੀ ਤ੍ਰਿਸ਼ਨਾ ਹੈ ਨਾ ਹਿਰਨ ਦਾ, ਜਿਸ ਤਰ੍ਹਾਂ ਉਹ ਪਾਣੀ ਵਾਲਾ ਪ੍ਰਸੰਗ ਹੈ ਨਾ ਕਿ ਪਾਣੀ ਹੈ ਤਾਂ ਨਹੀਂ ਪਰ ਉਹਨੂੰ ਦਿਸੀ ਜਾਂਦਾ ਹੈ, ਉਹਦਾ ਕਰਕੇ ਉਹ ਫਿਰ ਹੋਰ ਦੁਖੀ ਹੁੰਦਾ ਹੈ, ਹੋਰ ਦੁਖੀ ਹੁੰਦਾ ਹੈ। ਅਖੀਰ ਨੂੰ ਕਈ ਵਾਰਾਂ ਤਾਂ ਉਹਦੀ ਮੌਤ ਹੀ ਹੋ ਜਾਂਦੀ ਹੈ। ਭੱਜ ਕੇ ਰੇਗਿਸਤਾਨ ਦੇ ਵਿੱਚ ਪਿਆਸਾ ਹੀ ਮਰ ਜਾਂਦਾ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਜਿਸ ਤਰ੍ਹਾਂ ਦੇ ਨਾਲ ਉਹ ਜਿਹੜਾ ਪਾਣੀ ਦਿਸਦਾ ਨਾ ਉਹਨੂੰ ਹਿਰਨ ਨੂੰ, ਉਹ ਝੂਠਾ ਹੀ ਹੈ ਨਾ। ਦਿਸਦਾ ਤਾਂ ਹੈ ਪਰ ਉਹ ਹੈ ਹੀ ਨਹੀਂ, ਬਿਲਕੁਲ ਉਹਦਾ ਨਾਮੋ ਨਿਸ਼ਾਨ ਹੀ ਹੈ ਨਹੀਂ ਰੇਗਿਸਤਾਨ ਦੇ ਵਿੱਚ। ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਸੰਸਾਰ ਹੈ ਝੂਠੋ ਇਹੋ ਜਗ, ਦੇਖ ਤਾਸ ਉਠ ਧਾਵੈ। ਕਹਿੰਦੇ ਇਹਨੂੰ ਵੇਖ ਕੇ ਮਨੁੱਖ ਵੀ ਬੜਾ ਭੱਜਦਾ ਹੈ। ਇਹਨੂੰ ਐ ਲੱਗਦਾ ਵੀ ਉਹ ਜਿਹੜੀ ਚੀਜ਼ ਆ ਨਾ ਉਹਦੇ ਵਿੱਚ ਬੜਾ ਸੁੱਖ ਹੈ, ਵੀ ਜੇ ਮੈਂ ਇੰਨੀ ਪੈਲੀ ਪ੍ਰਾਪਤ ਕਰ ਲਾਂ ਫਿਰ ਮੈਨੂੰ ਸੁੱਖ ਹੋ ਜਾਏਗਾ। ਉਹ ਕਰਦਾ ਫਿਰ ਨਹੀਂ ਸੁੱਖ ਹੁੰਦਾ। ਕਹਿੰਦਾ ਵੀ ਸ਼ਾਇਦ ਇਹ ਨਹੀਂ ਗੱਲ ਬਣੀ, ਹੋਰ ਇਕੱਠੀ ਕਰਦੇ ਆ ਵੀ ਉਹਦੇ ਕੋਲ ਤਾਂ ਮੇਰੇ ਤੋਂ ਵੀ ਜ਼ਿਆਦਾ ਹੈ। ਫਿਰ ਉਹ ਉਹਨਾਂ ਇਕੱਠਾ ਕਰਦਾ ਧਨ ਪਦਾਰਥ, ਫਿਰ ਨਹੀਂ ਸੁੱਖ ਪ੍ਰਾਪਤ ਹੁੰਦਾ। ਫਿਰ ਕੰਪੈਰੀਜ਼ਨ ਕਰਦਾ ਰਹਿੰਦਾ ਹੈ, ਫਿਰ ਕੰਪੀਟੀਸ਼ਨ ਕਰਨ ਲੱਗ ਜਾਂਦਾ ਵੀ ਹਾਂ ਫਲਾਣੇ ਕੋਲ ਤੇ ਆਹ ਗੱਡੀ ਹੈ, ਉਹਨੂੰ ਬੜਾ ਸੁੱਖ ਹੈ। ਫਿਰ ਉੱਥੇ ਪਹੁੰਚ ਜਾਂਦਾ ਹੈ, ਉਹ ਵੀ ਗੱਡੀ ਲੈ ਲੈਂਦਾ। ਫਿਰ ਕਹਿੰਦਾ ਵੀ ਗੱਲ ਜੀ ਨਹੀਂ ਬਣੀ, ਫਲਾਣੇ ਬੰਦੇ ਕੋਲ ਤੇ ਉਹ ਹੈ। ਸੋ ਇਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਆ ਕਿ ਭਾਈ ਜਿਸ ਤਰ੍ਹਾਂ ਇਹ ਮ੍ਰਿਗ ਜਿਹੜਾ ਹੈ ਇਹ ਹਿਰਨ ਅੱਗੇ ਦੀ ਅੱਗੇ ਦੌੜਦਾ ਜਾਂਦਾ ਹੈ,
ਪਰ ਕੁਝ ਨਹੀਂ ਉਹਨੂੰ ਪ੍ਰਾਪਤ ਹੁੰਦਾ, ਸ਼ਾਂਤੀ ਨਹੀਂ ਪ੍ਰਾਪਤ ਹੁੰਦੀ। ਸ਼ਾਂਤੀ ਬੂੰਦ ਉਹਨੂੰ ਪਾਣੀ ਦੀ ਨਸੀਬ ਨਹੀਂ ਹੁੰਦੀ, ਹੋਰ ਸਗੋਂ ਉਹਨੂੰ ਥਕਾਵਟ ਹੋ ਜਾਂਦੀ ਹੈ, ਹੋਰ ਸਟ੍ਰੈਸ ਹੁੰਦੀ ਜਾਂਦੀ ਹੈ। ਇਸੇ ਤਰ੍ਹਾਂ ਦੇ ਨਾਲ ਇਸ ਮਨੁੱਖ ਦੇ ਨਾਲ ਹਾਲਾਤ ਬਣਦੇ ਆ। ਅੱਗੇ ਦੇ ਅੱਗੇ ਭੱਜਦਾ, ਪਿੰਡ ਤੋਂ ਤੁਰਦਾ, ਪਿੰਡ ਦੇ ਨਾਲ ਕੰਪੀਟੀਸ਼ਨ ਕਰਦਾ, ਦੋਸਤਾਂ ਮਿੱਤਰਾਂ ਦੇ ਨਾਲ, ਉਹਨਾਂ ਤੋਂ ਅੱਗੇ ਲੱਗ ਜਾਂਦਾ ਹੈ। ਇੱਕ ਹੋਰ ਸੁਸਾਇਟੀ ਵਿੱਚ ਉੱਚੇ ਦਰਜੇ 'ਚ ਪਹੁੰਚ ਜਾਂਦਾ ਹੈ। ਉੱਥੇ ਫਿਰ ਕੋਠੀਆਂ ਵੇਖਦਾ ਵੀ ਹਾਂ ਕਿਸੇ ਦੀ ਵੱਡੀ ਹੈ ਛੋਟੀ, ਉੱਥੇ ਪਹੁੰਚ ਜਾਂਦਾ, ਉਹ ਤੋਂ ਅੱਗੇ ਪਹੁੰਚ ਜਾਂਦਾ, ਫਿਰ ਉਹਨਾਂ ਨਾਲ ਕੰਪੀਟੀਸ਼ਨ ਸ਼ੁਰੂ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਇਹਨੂੰ ਕਦੇ ਵੀ ਸੰਤੁਸ਼ਟੀ ਨਹੀਂ ਆਉਂਦੀ। ਇਸੇ ਤਰ੍ਹਾਂ ਦੇ ਨਾਲ ਸਤਿਗੁਰੂ ਦੀ ਕਿਰਪਾ ਕਰਦੇ ਹਨ ਭਾਈ। ਇਹ ਜਿਹੜਾ ਮ੍ਰਿਗ ਤ੍ਰਿਸ਼ਨਾ ਜਿਹੜੀ ਹੈ ਇਹ ਉਹਨੂੰ ਮਾਰ ਦਿੰਦੀ। ਇਸੇ ਤਰ੍ਹਾਂ ਦੇ ਨਾਲ ਇਹ ਮਾਇਆ ਦੇ ਚਮਤਕਾਰ ਜਿਹੜੇ ਹਨ ਇਹ ਮਨੁੱਖ ਨੂੰ ਖੱਜਲ ਖੁਆਰ ਕਰਦੇ ਹਨ। ਉਹਦੇ ਪਿੱਛੇ ਭੱਜ ਭੱਜ ਕੇ ਮਰਦਾ ਫਿਰਦਾ ਹੈ। ਵੇਖ ਤਾਸ ਉੱਠ ਧਾਵੈ, ਉਹਨੂੰ ਵੇਖ ਵੇਖ ਕੇ ਅੱਗੇ ਦੀ ਅੱਗੇ ਜਿਸ ਤਰ੍ਹਾਂ ਉਹ ਮ੍ਰਿਗ ਭੱਜਦਾ, ਇਸੇ ਤਰ੍ਹਾਂ ਦੇ ਨਾਲ ਇਹ ਮਾਇਆ ਦੇ ਚਮਤਕਾਰਾਂ ਨੂੰ ਪ੍ਰਾਪਤ ਕਰਨ ਵਾਸਤੇ ਭੱਜਦਾ ਹੈ। ਭੱਜ ਭੱਜ ਕੇ ਖੁਆਰ ਹੁੰਦਾ ਹੈ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ ਭਾਈ। ਭੁਗਤ ਭੋਜਨ ਦਾ ਤੇ ਮੁਕਤ ਮੁਕਤੀ ਦਾ ਕਾਰਨ ਸੁਆਮੀ ਪਰਮੇਸ਼ਰ ਵਾਹਿਗੁਰੂ ਹੈ। ਉਹ ਹੀ ਤੈਨੂੰ ਬਖਸ਼ਿਸ਼ ਕਰਕੇ ਤੈਨੂੰ ਸ਼ਾਂਤੀ ਬਖਸ਼ ਸਕਦਾ ਹੈ। ਉਹ ਹੀ ਤੈਨੂੰ ਤੇਰੀ ਤ੍ਰਿਸ਼ਨਾ ਨੂੰ, ਤ੍ਰਿਸ਼ਨਾ ਦਾਦੀ ਜਲ ਮੋਈ ਜਲ ਜਲ ਕਰੈ ਪੁਕਾਰ। ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ। ਉਹ ਪਰਮੇਸ਼ਰ ਵਾਹਿਗੁਰੂ ਹੀ ਤੈਨੂੰ ਬਿਨਾਂ ਸੰਤੋਖ ਨਹੀਂ ਕੋ ਰਾਜਾ। ਉਹ ਹੀ ਤੈਨੂੰ ਸੰਤੋਖ ਦੇ ਸਕਦਾ ਹੈ, ਉਹ ਹੀ ਤੇਰੇ ਉੱਤੇ ਕਿਰਪਾ ਕਰ ਸਕਦਾ। ਉਹ ਹੀ ਦਾਤਾ ਹੈ ਭੋਜਨ ਦਾ ਵੀ, ਸਾਰੇ ਤਰ੍ਹਾਂ ਦੇ ਨਾਲ ਜਿਹੜੇ ਨੇ ਉਹ ਚੀਜ਼ਾਂ ਤੈਨੂੰ ਬਖਸ਼ਣ ਵਾਲਾ, ਤੇ ਮੁਕਤੀ ਦਾ ਵੀ ਕਾਰਨ ਸੁਆਮੀ ਵਾਹਿਗੁਰੂ ਹੀ ਹੈ। ਮੂੜ ਤਾਹੇ ਬਿਸਰਾਵੈ। ਹੇ ਮੂੜ ਬਿਰਤੀ ਵਾਲੇ ਮਨੁੱਖ, ਹੇ ਮਾੜੀ ਬਿਰਤੀ ਵਾਲੇ, ਭਾਵ ਕਿ ਜਿਹਨੂੰ ਆਪਾਂ ਇੰਗਲਿਸ਼ ਵਿੱਚ ਕ੍ਰੇਜ਼ੀਨੈਸ ਕਹਿ ਦਿੰਦੇ ਆ। ਕਹਿੰਦੇ ਵੀ ਹੇ ਮੂੜ ਬਿਰਤੀ ਵਾਲੇ ਮਨੁੱਖ, ਮੂਰਖ ਮਨੁੱਖ ਉਹਨੂੰ ਵਿਸਾਰ ਦਿੰਦਾ ਪਰਮੇਸ਼ਰ ਨੂੰ ਵਿਸਾਰ ਕੇ। ਤੇ ਉਹ ਜਿਸ ਤਰ੍ਹਾਂ ਮ੍ਰਿਗ ਜਿਹੜਾ ਹੈ ਉਹ ਮਾਇਆ ਦੇ ਚਮਤਕਾਰਾਂ ਦੇ ਵਿੱਚ ਭੱਜਾ ਫਿਰਦਾ ਹੈ, ਜਿਸ ਤਰ੍ਹਾਂ ਜਿਹੜਾ ਮ੍ਰਿਗ ਹੈ ਉਹ ਪਾਣੀ ਲੱਭਦਾ ਫਿਰਦਾ, ਉਸੇ ਤਰ੍ਹਾਂ ਦੇ ਨਾਲ ਇਹ ਸ਼ਾਂਤੀ ਲੱਭਦਾ ਫਿਰਦਾ ਹੈ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ, ਕਹਿੰਦੇ ਕਰੋੜਾਂ ਚੋਂ ਕੋਈ ਇੱਕ ਅੱਧਾ ਭਜਨ ਰਾਮ ਕੋ ਪਾਵੈ। ਰਾਮ ਦੇ ਭਜਨ ਨੂੰ, ਪਰਮੇਸ਼ਰ ਵਾਹਿਗੁਰੂ ਦੇ ਭਜਨ ਨੂੰ ਪ੍ਰਾਪਤ ਕਰਦਾ ਹੈ। ਕਿਉਂਕਿ ਇੱਕੋ ਇੱਕ ਕਾਰਨ ਹੈ, ਇੱਕੋ ਇੱਕ ਤਰੀਕਾ ਹੈ। ਪਰਮੇਸ਼ਰ ਦੇ ਨਾਮ ਦੇ ਨਾਲ ਇਹ ਮਾਇਆ ਤੋਂ ਲੰਘਿਆ ਜਾ ਸਕਦਾ ਹੈ, ਪਾਰ ਹੋਇਆ ਜਾ ਸਕਦਾ ਹੈ। ਤੇ ਜਦੋਂ ਨਾਮ ਤੱਕ ਪਹੁੰਚ ਜਾਏਗਾ ਫਿਰ ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ। ਕਰ ਆਸਣ ਡਿਠੋ ਜਾਓ। ਮਾਇਆ ਤੋਂ ਲੰਘ ਗਿਆ, ਨਾਮ ਦੇ ਆਸਰੇ ਤੇ ਨਾਮ ਨੇ ਖਿੱਚ ਲਿਆ ਇਹਨੂੰ, ਤਾਂ ਮਾਇਆ ਨੂੰ ਪਾਰ ਕਰ ਗਿਆ। ਫਿਰ ਨਾਮ ਤੋਂ ਅੱਗੇ ਨਾਮੀ ਬੈਠਾ ਪਰਮੇਸ਼ਰ ਵਾਹਿਗੁਰੂ ਨਾਲ ਇਹ ਭੇਦ ਹੋ ਜਾਏਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ ਭਾਈ। ਇਹ ਜਿਹੜੀ ਮਾਇਆ ਮਮਤਾ ਨੂੰ ਛੱਡ ਕਰਕੇ ਭੁਗਤ ਮੁਕਤ ਦਾ ਜਿਹੜਾ ਸੁਆਮੀ ਕਾਰਨ ਹੈ ਪਰਮੇਸ਼ਰ ਵਾਹਿਗੁਰੂ, ਉਹਦੇ ਨਾਲ ਚਿੱਤ ਬਿਰਤੀ ਨਹੀਂ ਇਹ ਲਾਉਂਦਾ। ਜਦੋਂ ਉਹਦੇ ਨਾਲ ਲਾਏਗਾ, ਨਾਮ ਨੂੰ ਜਪੇਗਾ, ਪਰ ਮਹਾਰਾਜ ਕਹਿੰਦੇ ਹੈਗਾ ਬੜਾ ਔਖਾ ਕੰਮ। ਕੋਟਨ ਮੈਂ ਕੋ, ਕਰੋੜਾਂ ਦੇ ਵਿੱਚੋਂ ਕਹਿੰਦੇ ਇੱਕ ਅੱਧਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਦੇ ਹਨ ਭਾਈ। ਜਿਹੜਾ ਪਰਮੇਸ਼ਰ ਦੇ ਭਜਨ ਦੇ, ਰਾਮ ਦੇ ਨਾਮ ਦੇ ਨਾਲ ਚਿੱਤ ਲਾਏਗਾ, ਉਹਦੀ ਇਹ ਜਿਹੜੀ ਮਾਇਆ ਹੈ ਉਹ ਤੋਂ ਉਪਾਰ ਹੋ ਜਾਏਗਾ, ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਸਾਡੇ ਉੱਪਰ, ਸਾਨੂੰ ਆਪ ਹੱਥ ਦੇ ਕਰਕੇ ਇਸ ਮਾਇਆ ਦੇ ਪ੍ਰਭਾਵ ਤੋਂ ਬਚਾ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੀ ਸਤ ਸੰਗਤ ਬਖਸ਼ ਕਰਕੇ, ਨਾਮ ਬਖਸ਼ ਕਰਕੇ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ ਇਹ ਮਾਇਆ ਦੇ ਪ੍ਰਭਾਵ ਤੋਂ ਕਿਰਪਾ ਕਰਕੇ ਬਚਾਉਣ। ਤਾਂ ਹੀ ਬਚਿਆ ਜਾ ਸਕਦਾ ਹੈ।
ਨਹੀਂ ਤੇ ਆਪਣੇ ਆਪ ਤੇ ਮਾਇਆ ਤੋਂ ਅਸੀਂ ਬਚਣ ਦਾ ਯਤਨ ਕਰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਭਗਤ ਕਬੀਰ ਜੀ ਦੇ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ, ਚਾਲੇ ਚ ਹਰ ਮਰਨ ਕੋ ਵਿੱਚ ਅਟਕਿਓ ਚੀਤ। ਕਈ ਵਾਰਾਂ ਚੱਲਦਾ ਤਾਂ ਹੈ ਮਨੁੱਖ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੂੰ ਮਿਲਣ ਵਾਸਤੇ, ਪਰ ਰਾਹ ਦੇ ਵਿੱਚ ਹੀ ਮਾਇਆ ਜਿਹੜੀ ਆ ਉਹ ਭਰਮਾ ਲੈਂਦੀ ਹੈ। ਚੇਲੇ ਚੇਲੀਆਂ ਦੇ ਵਿੱਚ ਫਸ ਜਾਂਦਾ ਹੈ, ਮਾਇਆ ਦੇ ਚਮਤਕਾਰਾਂ ਦੇ ਵਿੱਚ ਫਸ ਕਰਕੇ ਵਿੱਚ ਅਟਕਿਓ ਚੀਤ। ਚਿੱਤ ਵਿਚਾਰ ਦੇ ਵਿੱਚ ਹੀ ਵਿਚਕਾਰ ਹੀ ਫਸ ਜਾਂਦਾ ਹੈ। ਉਹ ਪਰਮੇਸ਼ਰ ਵਾਹਿਗੁਰੂ ਤੋਂ ਸੋ ਪ੍ਰਾਪਤੀ ਤੋਂ ਬਿਨਾਂ ਹੀ ਰਹਿ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਗਾਧ ਬੋਧ ਬਾਣੀ ਦੀ ਵਿਚਾਰ ਕਰਦੇ ਹਾਂ। ਸਾਧ ਸੰਗਤ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਗਲਤੀਆਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਥਾ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਦੀ ਮਾਫੀ ਬਖਸ਼ਿਸ਼ ਕਰਨੀ। ਅੱਗੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨਾ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ, ਜਨ ਨਾਨਕ ਕੋਟਨ ਮੈਂ ਕੋ।